ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਐਸੋਸੀਏਟਡ ਪ੍ਰੈਸ ਇਹ ਰਿਪੋਰਟ ਕਰ ਰਿਹਾ ਵੀ ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹ ਜੋ ਯੂਐਸ ਦੀ ਮਿਲਟਰੀ ਦਾ ਐਕਸ਼ਨ ਇਰਾਨ ਦੇ ਅਗੇਂਸਟ ਹੋਇਆ ਕਹਿੰਦੇ ਵੀ ਟੂ ਫਾਰ ਗਏ ਹੈਗੇ ਆ ਅਸੀਂ। ਇੱਕ ਜੋ ਜੰਗ ਸ਼ੁਰੂ ਕੀਤੀ ਗਈ ਯੂਐਸ ਤੇ ਇਜ਼ਰਾਈਲ ਵੱਲੋਂ ਚੌਥਾ ਹਫਤਾ ਇਸ ਟਾਈਮ ਚੱਲ ਰਿਹਾ ਹੈਗਾ। ਜੋ ਐਸੋਸੀਏਟਡ ਪ੍ਰੈਸ ਐਨਓਆਰਸੀ ਸੈਂਟਰ ਫॉर ਪਬਲਿਕ ਰਿਸਰਚ ਇਹਨਾਂ ਦਾ ਜੋ ਸਰਵੇ ਆਇਆ ਹੈਗਾ ਉਹਨਾਂ ਉਸ ਦੇ ਵਿੱਚ ਇਹ ਕਿਹਾ ਆ ਵੀ 45% extremely or very concerned about being able to afford gas in next few months। 30% ਜਿਹੜੇ ਆ ਏਪੀ ਐਨਓਆਰਸੀ ਪੋਲ ਉਹਨਾਂ ਨੇ ਇਹ ਕਿਹਾ ਆ ਵੀ ਜਦੋਂ ਟਰੰਪ ਉਹਨਾਂ ਨੇ ਦੁਬਾਰਾ ਕੀ ਇਲੈਕਸ਼ਨ ਵਿਨ ਕਰ ਲਈ ਸੀ ਦੂਜੀ ਟਰਮ ਦੇ ਵਿੱਚ ਤੇ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਯਕੀਨ ਸੀਗਾ ਵੀ ਉਹ ਇਕਨੋਮੀ ਜਿਹੜੀ ਆ ਕਾਫੀ ਇੰਪਰੂਵ ਹੋਊਗੀ ਤੇ ਕਾਸਟ ਆਫ ਲਿਵਿੰਗ ਜਿਹੜਾ ਉਹ ਘਟੂਗਾ। ਪਰ ਸਾਰਾ ਕੁਝ ਜਿਹੜਾ ਆ ਉਹ ਸਹੀ ਨਹੀਂ ਚੱਲ ਰਿਹਾ ਹੈਗਾ। ਸੋ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੇ ਮੇਨ ਕੰਸਰਨ ਸਭ ਤੋਂ ਪਹਿਲਾਂ ਮੇਨ ਕੰਸਰਨ ਹੁਣ ਇਹੀ ਹੋ ਗਿਆ। 67% ਲੋਕ ਇਹ ਕਰ ਰਹੇ ਆ ਵੀ ਸਾਡੀ ਯੂਐਸ ਦੀ ਜਿਹੜੀ ਆਇਲ ਤੇ ਗੈਸ ਦੀਆਂ ਕੀਮਤਾਂ ਆ ਉਹ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਉਹਨਾਂ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ। 65% ਇਹ ਕਹਿ ਰਹੇ ਆ ਵੀ ਇਰਾਨ ਦੀ ਜਿਹੜੀ ਥ੍ਰੈਟ ਹੈਗੀ ਇਜ਼ਰਾਈਲ ਨੂੰ ਉਸ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ। 39% ਕਹਿੰਦੇ ਆ ਵੀ ਰਿਪਲੇਸ ਇਰਾਨ ਦੀ ਜਿਹੜੀ ਗਵਰਨਮੈਂਟ ਆ ਤੇ ਉਹਦੇ ਨਾਲ ਉਸ ਨੂੰ ਰਿਪਲੇਸ ਕਰੋ ਕਿਸੇ ਹੋਰ ਦੇ ਨਾਲ। ਸੋ ਇਹ ਜੋ ਸਰਵੇ ਆਇਆ 10 ਚੋਂ 4 ਅਡਲਟ ਉਹ ਅਪਰੂਵ ਕਰ ਰਹੇ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜੋ ਕਾਰਗੁਜ਼ਾਰੀ ਹੈਗੀ ਆ। ਦੂਸਰੇ ਪਾਸੇ ਅੱਜ ਇਰਾਨ ਨੇ ਟਰੰਪ ਹੁਣਾਂ ਦਾ ਉਹ ਪ੍ਰਪੋਜ਼ਲ ਜਿਹੜਾ ਆ ਰਿਜੈਕਟ ਕਰ ਦਿੱਤਾ ਜਿਹਦੇ ਵਿੱਚ ਕਿਹਾ ਗਿਆ ਵੀ ਹਾਂ ਜੰਗ ਖਤਮ ਹੋ ਸਕਦੀ ਆ ਜੇ ਤੁਸੀਂ ਇਹਨਾਂ 15 ਕੰਡੀਸ਼ਨਾਂ ਨੂੰ ਮੀਟ ਕਰਦੇ ਹੈਗੇ ਆ। ਪਰ ਜੋ ਇਰਾਨ ਵਾਲੇ ਆ ਕਹਿੰਦੇ ਵੀ ਉਹਨਾਂ ਨੇ ਰਾਈਟ ਵੇ ਕਹਿ ਦਿੱਤਾ ਵੀ ਅਸੀਂ ਸੀਜ਼ਫਾਇਰ ਨਹੀਂ ਐਕਸੈਪਟ ਕਰਦੇ ਫਰੋਮ ਯੂਐਸ। ਤੇ ਫਾਰਸ ਨਿਊਜ਼ ਏਜੰਸੀ ਸਟੇਟ ਮੀਡੀਆ ਆਊਟਲੈਟਸ ਇਹ ਕਹਿ ਰਹੇ ਆ ਉਹਨਾਂ ਨੇ ਲੇਟੈਸਟ ਇਹ ਜਿਹੜੀ ਖਬਰ ਆ ਦਿੱਤੀ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ 15 ਪੁਆਇੰਟ ਪੀਸ ਪਲਾਨ ਜਿਹੜਾ ਸੀਗਾ ਜੋ ਇਰਾਨ ਵਾਲਿਆਂ ਨੂੰ ਪ੍ਰੈਜ਼ੈਂਟ ਕੀਤਾ ਗਿਆ ਸੀ। ਜੀ, ਉਹਨਾਂ ਨੇ ਆਪਣੀਆਂ 5 ਮੰਗਾਂ ਰੱਖ ਦਿੱਤੀਆਂ। ਇਰਾਨ ਵਾਲਿਆਂ ਨੇ ਨਾ ਕਰਦੇ ਹੋਏ ਉਹ ਮੰਗਾਂ ਨੂੰ ਠੁਕਰਾਉਂਦੇ ਹੋਏ ਟਰੰਪ ਵਾਲੀਆਂ ਇਸ ਦੇ ਵਿੱਚ ਕਹਿੰਦੇ ਵੀ ਐਗਰੈਸ਼ਨ ਤੇ ਅਸੈਸੀਨੇਸ਼ਨ ਖਤਮ ਹੋਵੇ, ਬੰਦ ਹੋਵੇ। ਇਰਾਨ ਵਾਲੇ ਕਹਿ ਰਹੇ ਆ ਐਸਟੈਬਲਿਸ਼ਮੈਂਟ ਕਹਿੰਦੇ ਵੀ ਕੰਕਰੀਟ ਮੈਕੈਨਿਜ਼ਮ ਤਾਂ ਜੋ ਵੀ ਲੜਾਈ ਮੁੜ ਤੋਂ ਸਾਡੇ ਉੱਤੇ ਇਰਾਨ ਵਾਲੇ ਉੱਤੇ ਕਹਿੰਦੇ ਵੀ ਇਹ ਨਾ ਥੋਪੀ ਜਾਵੇ, ਰੀਇੰਪੋਜ਼ ਨਾ ਹੋਵੇ ਤੇ ਗਰੰਟੀ ਤੇ ਕਲੀਅਰਲੀ ਡਿਫਾਈਨਡ ਕਹਿੰਦੇ ਪੇਮੈਂਟ ਦਿੱਤੀਆਂ ਜਾਣ ਜਿਹੜੇ ਵਾਰ ਡੈਮੇਜਸ ਕੀਤੇ ਆ ਤੇ ਰਿਪਰੇਸ਼ਨਸ ਉਸ ਦੇ ਲਈ ਵੀ ਜੋ ਨੁਕਸਾਨ ਹੋਇਆ ਤੇ ਉਸ ਦੀ ਭਰਪਾਈ ਕਰੋ ਤੇ ਉਸ ਨੂੰ ਮੁੜ ਉਸਾਰੀ ਦੇ ਲਈ ਜਿਹੜੀ ਆ ਉਹ ਵੀ ਮਨੀ ਦਿਓ। ਇਹ ਇਰਾਨ ਵਾਲੇ ਮੰਗ ਕਰ ਰਹੇ ਆ। ਕਹਿੰਦੇ ਵੀ ਵਾਰ ਹਰ ਇੱਕ ਪਾਸਿਓਂ ਕਨਕਲੂਡ ਕਰੋ, ਪੂਰੀ ਤਰ੍ਹਾਂ ਖਤਮ ਕਰੋ ਸਾਰੇ ਫਰੰਟਸ ਤੋਂ ਤੇ ਕਿਸੇ ਵੀ ਤਰੀਕੇ ਦੇ ਜਿਹੜੇ ਰੈਜ਼ਿਸਟੈਂਸ ਗਰੁੱਪ ਤੁਸੀਂ ਸਾਡੇ ਮੁਲਕ ਦੇ ਵਿੱਚ ਛੱਡੇ ਆ ਉਹਨਾਂ ਨੂੰ ਵੀ ਉੱਥੋਂ ਚੱਕੋ। ਤੇ ਕਹਿੰਦੇ ਵੀ 5ਵੀਂ ਮੰਗ ਉਹਨਾਂ ਦੀ ਇਹ ਆ ਵੀ ਕਹਿੰਦੇ ਇਰਾਨ ਦੀ ਜਿਹੜੀ ਸੋਵਰਨਿਟੀ ਪ੍ਰਭੂ ਸੱਤਾ ਆ ਸਟ੍ਰੇਟ ਆਫ ਹਾਰਮਜ਼ ਦੇ ਉੱਤੇ ਉਹ ਹੈਗੀ ਆ ਤੇ ਉਹ ਰਹੇਗੀ ਤੇ ਕਹਿੰਦੇ ਨੈਚੁਰਲ ਤੇ ਲੀਗਲ ਰਾਈਟ ਆ ਸਾਡਾ ਤੇ ਕਹਿੰਦੇ ਵੀ ਇਹਦੇ ਵਿੱਚ ਗਰੰਟੀ ਦਿੱਤੀ ਜਾਵੇ ਇਸ ਇੰਪਲੀਮੈਂਟੇਸ਼ਨ ਨੂੰ ਜਿਹੜਾ ਉਹ ਲੈ ਕੇ ਤੇ ਸਾਡੀ ਜਿਹੜੀ ਇਹ ਪ੍ਰਭੂ ਸੱਤਾ ਆ ਸੋਵਰਨਿਟੀ ਆ ਉਸ ਨੂੰ ਰੈਕੋਗਨਾਈਜ਼ ਜਿਹੜਾ ਉਹ ਕੀਤਾ ਜਾਵੇ। ਹੁਣ ਛੋਟੀਆਂ ਮੰਗਾਂ ਤਾਂ ਨਹੀਂ ਹੈ ਹਰਜੋਤ ਸਿੰਘ ਜੀ ਇਹ ਜਿਹੜੀਆਂ ਇਹਨਾਂ ਨੇ ਰੱਖ ਦਿੱਤੀਆਂ ਟਰੰਪ ਹੋਣਾ ਦੀਆਂ ਮੰਗਾਂ ਠਕਰਾਉਣ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਸਥਿਤੀ ਬਣੀ ਪਈ ਆ। ਓਵਰਆਲ ਜੇ ਦੇਖਿਆ ਜਾਵੇ ਲੌਂਗ ਰਨ ਦੇ ਵਿੱਚ ਇਰਾਨ ਵਾਲਿਆਂ ਨੇ ਅਮਰੀਕਾ ਤੇ ਇਜ਼ਰਾਈਲ ਵਾਲਿਆਂ ਨੂੰ ਕਿਤੇ ਨਾ ਕਿਤੇ ਫਸਾ ਲਿਆ ਹੈਗਾ ਆ ਜਾਂ ਕਹਿ ਲਓ ਵੀ ਇਜ਼ਰਾਈਲ ਨੇ ਅਮਰੀਕਾ ਨੂੰ ਇਸ ਪੂਰੀ ਲੜਾਈ ਦੇ ਵਿੱਚ ਫਸਾ ਦਿੱਤਾ ਆ। ਜ਼ਾਇਨਿਸਟ ਜਿਹੜੇ ਨੇ ਜਿਹੜੇ ਕਹਿੰਦੇ ਨੇ ਵੀ ਗ੍ਰੇਟਰ ਇਜ਼ਰਾਈਲ ਹੋਵੇ ਜੀ ਇੱਦਾਂ ਹੋਵੇ ਉਹ ਸਾਰਾ ਕੁਝ ਹੋਵੇ ਉਹ ਕੰਮ ਹੈਗਾ ਆ। ਇਰਾਨ ਨੇ ਪਿਛਲੇ ਕਈ ਦਹਾਕਿਆਂ ਤੋਂ ਆਪਣੀਆਂ ਮਿਜ਼ਾਈਲਸ ਡਰੋਨਸ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰ ਲਿਆ। ਇਹਨਾਂ ਨੂੰ ਲੱਗ ਰਿਹਾ ਸੀਗਾ ਵੀ ਅਸੀਂ ਹਵਾਈ ਹਮਲੇ ਕਰ ਕਰਕੇ ਸਾਰਾ ਕੁਝ ਖਤਮ ਕਰ ਦੇਵਾਂਗੇ ਪਰ ਜਿੰਨੀ ਦੇਰ ਤੱਕ ਬੂਟ ਔਨ ਗਰਾਊਂਡ ਨਹੀਂ ਹੁੰਦੇ ਉਨੀ ਦੇਰ ਤੱਕ ਤੁਸੀਂ ਸੱਤਾ ਤਬਦੀਲੀ ਉੱਥੇ ਨਹੀਂ ਕਰ ਸਕਦੇ। ਰਜੀਮ ਚੇਂਜ ਤਾਂ ਇਸ ਟਾਈਮ ਇਹਨਾਂ ਦੇ ਹੱਥੋਂ ਨਿਕਲ ਚੁੱਕੀ ਆ। ਪੁਰਾਣੇ ਹੋਰ ਦੁਨੀਆ ਦੇ ਮਾਹਰ ਮੁਲਕ ਭਰ ਦੇ ਵਿੱਚੋਂ ਹੋਰ ਥਾਵਾਂ ਦੇ ਉੱਤੇ ਇਸ ਟਾਈਮ ਇਹੀ ਕਹਿ ਰਹੇ ਆ ਵੀ ਇਰਾਨ ਦਾ ਪਲੜਾ ਭਾਰੀ ਆ। ਨੋ ਡਾਊਟ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅਮਰੀਕਾ ਦੇ ਬੰਬਾਂ ਦੇ ਮੋਹਰੇ ਉਹਨਾਂ ਦੀ ਜਿਹੜੀ ਉਹ ਪੇਸ਼ ਨਹੀਂ ਜਿਹੜੀ ਚੱਲ ਸਕਦੀ ਹੈਗੀ
ਪਰ ਲੌਂਗ ਰਨ ਦੇ ਵਿੱਚ ਈਰਾਨ ਵਾਲੇ ਜਿਹੜੇ ਆ ਉਸ ਦੀ ਤਿਆਰੀ ਕਰੀ ਬੈਠੇ ਆ। ਵੱਡੀ ਗੱਲ ਜਿਹੜੀ ਹਰਜੋਤ ਸਿੰਘ ਜੀ ਸਭ ਤੋਂ ਵੱਡੀ ਇਹ ਆ ਵੀ 12 ਚੋਂ ਜਿਹੜੇ 10 ਜਾਣੇ ਇਹਨਾਂ ਨੇ ਮਾਰ ਦਿੱਤੇ ਆ ਟੌਪ ਦੀ ਲੀਡਰਸ਼ਿਪ ਦੇ। ਰਜੀਮ ਫੇਰ ਨਹੀਂ ਚੇਂਜ ਹੋਈ। ਉਹਨਾਂ ਦੱਸਿਆ ਜਾ ਰਿਹਾ ਸੀਗਾ ਵੀ ਅੱਗੇ 5-5 10-10 ਜਾਣੇ ਪਹਿਲੋਂ ਹੀ ਤਿਆਰ ਆ ਵੀ ਜੇ ਆਹ ਮਰ ਜਾਂਦਾ ਤੇ ਫਿਰ ਅਗਲਾ, ਫਿਰ ਆ ਅਗਲਾ। ਉਤੋਂ ਉਹਨਾਂ ਨੇ ਵੱਖੋ ਵੱਖਰੇ ਜਿਹੜੇ ਪ੍ਰੋਵਿੰਸ ਆ ਉਹਨਾਂ ਦੇ ਸੂਬੇ ਜਿਹੜੇ ਉਹਨਾਂ ਸਾਰਿਆਂ ਨੂੰ ਖੁਦ ਮੁਖਤਿਆਰੀ ਦਿੱਤੀ ਆ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਲੜਨਾ। ਡੀਸੈਂਟਰਲਾਈਜ਼ ਕੀਤੀ ਹੋਈ ਆਪਣੀ ਉਹ ਮਿਲਟਰੀ। ਸੋ ਈਰਾਨ ਦੇ ਨਾਲ ਪੰਗਾ ਜਿਹੜਾ ਇਹਨਾਂ ਨੇ ਲਿਆ ਤਾਂ ਹੈਗਾ ਆ, ਪਰ ਹਾਲ ਦੀ ਘੜੀ ਜਿਹੜੇ ਲੌਂਗ ਟਰਮ ਦੇ ਵਿੱਚ ਇਹਨਾਂ ਦੀ ਮਨੀ ਤੇ ਜਿਹੜੀ ਪਾਵਰ ਆ ਉਹ ਲੂਜ਼ ਜਿਹੜੀ ਉਹ ਕਰ ਰਹੇ ਹੈਗੇ ਆ। ਤੇ ਟਰੰਪ ਹੁਣੀ ਕੋਈ ਨਾ ਕੋਈ ਹੁਣ ਆਫ ਰੈਂਪ ਲੱਭ ਰਹੇ ਆ ਵੀ ਇਸ ਲੜਾਈ ਚੋਂ ਬਾਹਰ ਜਿਹੜਾ ਉਹ ਨਿਕਲਿਆ ਜਿਹੜਾ ਉਹ ਜਾਵੇ। ਵੈਸੇ ਜੇ ਦੇਖਣਾ ਹੋਵੇ ਤਾਂ ਇਜ਼ਰਾਈਲ ਨੂੰ ਕੱਲਿਆਂ ਛੱਡ ਕੇ ਦੇਖ ਲੈਣਾ ਚਾਹੀਦਾ ਵੀ ਕਿੰਨਾ ਕਰਨ ਜੋਗੇ ਜਿਹੜੇ ਉਹ ਹੈਗੇ ਆ। ਈਰਾਨ ਦੀ ਆੜ ਦੇ ਵਿੱਚ ਹੁਣ ਤੁਸੀਂ ਦੇਖ ਲਓ ਲਵਲਾਨ ਦਾ ਕਿੰਨਾ ਇਲਾਕਾ ਜਿਹੜਾ ਇਹਨਾਂ ਨੇ ਨੱਪ ਲਿਆ ਤੇ ਉੱਥੇ ਵੀ 1000 ਤੋਂ ਵੱਧ ਬੰਦਾ ਜਿਹੜਾ ਇਹਨਾਂ ਨੇ ਮਾਰ ਦਿੱਤਾ ਹੈਗਾ ਆ। ਈਰਾਨ ਦਾ ਹੀ ਸਾਬਕਾ ਇੰਟਰਮ ਪ੍ਰੈਜ਼ੀਡੈਂਟ ਉਹ ਨਿਤਨਿਆਹੂ ਦੇ ਬਾਰੇ ਇਹ ਕਹਿ ਰਿਹਾ ਸੀਗਾ ਵੀ ਕਹਿੰਦੇ ਵੀ ਜੋ ਗਾਜ਼ਾ ਦੇ ਵਿੱਚ ਕੀਤਾ, ਜਿਹੜੀ ਕਬਰ ਉਹਨਾਂ ਨੇ ਉੱਥੇ ਖੋਦੀ ਆ, ਉਸ ਦਾ ਖਾਮਿਆਜ਼ਾ ਜਿਹੜਾ ਇਹਨਾਂ ਨੂੰ ਹੁਣ ਭੁਗਤਣਾ ਪੈ ਰਿਹਾ ਹੈਗਾ ਆ। ਸੋ ਸਿਚੁਏਸ਼ਨ ਓਵਰਆਲ ਦੁਨੀਆ ਦੇ ਵਿੱਚ ਤੁਸੀਂ ਅਮਰੀਕਾ ਦੀ ਇੰਟਰਨਲ ਤਾਂ ਜਿਹੜਾ ਉਹ ਦੱਸ ਹੀ ਦਿੱਤਾ ਆ, ਕਿਉਂਕਿ ਸਾਥ ਨਹੀਂ ਮਿਲ ਰਿਹਾ ਅਮਰੀਕਾ ਤੇ ਇਜ਼ਰਾਈਲ ਨੂੰ ਬਾਕੀ ਹੋਰ ਮੁਲਕਾਂ ਦਾ ਇਸ ਜੰਗ ਦੇ ਵਿੱਚ। ਇਹਦੇ ਨਾਲ ਵੀ ਜਿਹੜੀ ਸਥਿਤੀ ਆ ਉਹ ਇਹਨਾਂ ਦੇ ਲਈ ਲੌਂਗ ਟਰਮ ਦੇ ਲਈ ਜਿਹੜੀ ਉਹ ਮਾੜੀ ਲੱਗ ਰਹੀ ਆ। ਸੋ ਸੀਜ਼ ਫਾਇਰ ਨੂੰ ਅਸੈਪਟ ਈਰਾਨ ਵਾਲੇ ਨੇ ਨਾ ਕਰਦੇ ਹੋਏ ਆਪਣੇ ਜਿਹੜੇ 5 ਕਹਿ ਲਓ ਵੀ ਮੰਗਾਂ ਆ ਉਹ ਟਰੰਪ ਹੁਣਾਂ ਦੇ ਮੂਹਰੇ ਰੱਖ ਦਿੱਤੀਆਂ। ਹੁਣ ਇਹ ਦੇਖਦੇ ਆ ਵੀ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਕਿਸ ਤਰੀਕੇ ਦੀ ਟਿੱਪਣੀ ਜਿਹੜੀ ਆ ਉਹ ਕਰਦੇ ਆ ਜਾਂ ਕੀ ਇਸ ਦੇ ਉੱਤੇ ਕਦਮ ਜਿਹੜੇ ਉਹ ਚੱਕਦੇ ਆ। ਕੱਲ ਪੀਸ ਪਲਾਨ ਦੀ ਗੱਲਾਂ ਕਰਨ ਤੋਂ ਬਾਅਦ ਚ ਜਿਹੜੀ ਮਾਰਕੀਟਸ ਆ ਉਹਨਾਂ ਦੇ ਵਿੱਚ ਉਛਾਲ ਜਿਹੜਾ ਉਹ ਦੇਖਿਆ ਜਿਹੜਾ ਉਹ ਗਿਆ ਸੀਗਾ। ਪਰ ਹਾਲ ਦੀ ਘੜੀ ਈਰਾਨ ਵਾਲੇ ਜਿਹੜੇ ਉਹ ਲਗਾਤਾਰ ਨਾ ਜਿਹੜੇ ਆ ਇਹਨਾਂ ਪਲਾਨਸ ਨੂੰ ਕਰ ਰਹੇ ਹੈਗੇ ਆ। 1 ਮਹੀਨੇ ਦਾ ਸਮਾਂ ਹੋ ਗਿਆ ਜਦ ਦੀ ਜੰਗ ਲੱਗੀ ਹੋਈ ਆ ਤੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹਨ ਆਪਸ਼ਨਸ ਓਪਨ ਰੱਖੀਆਂ ਤਾਂ ਕਿ ਸੀਜ਼ ਫਾਇਰ ਹੋ ਸਕੇ। 3000 ਦੇ ਕਰੀਬ ਹੋਰ ਆਰਮੀ ਪੈਰਾ ਟਰੂਪਰਸ ਜੋ 82nd 에ਅਰਬੋਰਨ ਡਿਵੀਜ਼ਨ ਦੇ ਆ ਉਹ ਮਿਡਲ ਈਸਟ ਦੇ ਵਿੱਚ ਲਾਏ ਜਾ ਰਹੇ ਹੈਗੇ ਆ। ਆਲਰੇਡੀ 50000 ਦੇ ਕਰੀਬ ਟਰੂਪਸ ਜਿਹੜੇ ਅਮਰੀਕਾ ਦੇ ਉਹ ਮਿਡਲ ਈਸਟ ਦੇ ਵਿੱਚ ਹੈਗੇ ਆ ਤੇ ਹਜ਼ਾਰਾਂ ਦੇ ਕਰੀਬ ਮਰੀਨਸ ਉਹ ਰਸਤੇ ਦੇ ਵਿੱਚ ਹੈਗੇ ਆ ਜੋ ਉੱਥੇ ਜਾ ਰਹੇ ਆ। ਇਜ਼ਰਾਈਲ ਦੀ ਮਿਲਟਰੀ ਨੇ ਹਜੇ ਵੀ ਜਿਹੜਾ ਆ ਸਟ੍ਰਾਈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ ਤਹਿਰਾਨ ਦੇ ਵਿੱਚ। ਈਰਾਨ ਨੇ ਵੀ ਕੁਛ ਮਿਜ਼ਾਈਲ ਜਿਹੜੀਆਂ ਇਜ਼ਰਾਈਲ ਦੇ ਉੱਤੇ ਫਾਇਰ ਕੀਤੀਆਂ ਹੈਗੀਆਂ। ਸੋ ਸਿਚੁਏਸ਼ਨ ਲੱਗਦਾ ਨਹੀਂ ਭਈ ਕੂਲ ਡਾਊਨ ਹੋਊਗੀ। ਜਿਸ ਤਰ੍ਹਾਂ ਹੁਣ 3000 ਆਲਰੇਡੀ ਡਿਪਲੋਏ ਕਰ ਦਿੱਤੇ ਆ ਪੈਰਾ ਟਰੂਪਰਸ 82nd 에ਅਰਬੋਰਨ ਦੇ ਮਿਡਲ ਈਸਟ ਦੇ ਵਿੱਚ ਤੇ ਬਾਕੀ ਦੇ ਜਿਹੜੇ ਰਸਤੇ ਦੇ ਵਿੱਚ ਹੈਗੇ ਆ। ਸੋ 2 ਮਰੀਨ ਐਕਸਪੈਂਡੀਚਰ ਯੂਨਿਟਸ ਆਲਰੇਡੀ ਪਰਸ਼ੀਅਨ ਗੋਲਫ ਵੱਲ ਜਾ ਰਹੇ ਆ। 6000 ਤੋਂ ਲੈ ਕੇ 8000 ਗਰਾਊਂਡ ਟਰੂਪਸ ਕਹਿੰਦੇ ਈਰਾਨ ਦੇ ਬਿਲਕੁਲ ਲਾਗੇ ਹੋਣਗੇ। ਪਰ 15 ਪੁਆਇੰਟ ਜਿਹੜਾ ਸੀਜ਼ ਫਾਇਰ ਦਾ ਪਲਾਨ ਸੀ ਉਹ ਉਹਨਾਂ ਨੇ ਰਿਜੈਕਟ ਕਰ ਦਿੱਤਾ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਤੇ ਕਹਿੰਦੇ ਵੀ ਅਸੀਂ ਬਿਲਕੁਲ ਰੈਡੀ ਆ US ਤੇ ਈਰਾਨ ਦੀ ਜਿਹੜੀ ਗੱਲਬਾਤ ਆ ਉਹਨੂੰ ਹੋਸਟ ਕਰਨ ਦੇ ਲਈ ਤਾਂ ਕਿ ਦੋਨਾਂ ਦੇ ਵਿੱਚ ਜਿਹੜਾ ਸਮਝੌਤਾ ਹੋ ਸਕੇ। ਇਰਾਨੀਅਨ ਆਫੀਸ਼ੀਅਲਸ ਜਿਹੜੇ ਆ ਉਹਨਾਂ ਨੇ ਤਾਂ ਨੈਗੋਸ਼ੀਏਸ਼ਨ ਦੇ ਉੱਤੇ ਇੱਕ ਤਰ੍ਹਾਂ ਨਾਲ ਮਜ਼ਾਕ ਉਡਾਇਆ ਹੈਗਾ। ਉਹਨਾਂ ਨੇ ਕਿਹਾ ਵੀ ਇਹ ਇਦਾਂ ਨਹੀਂ ਗੱਲ ਬਣਨੀ ਹੈਗੀ ਜੋ ਤੁਸੀਂ ਸਾਨੂੰ ਪੁਆਇੰਟ ਦਿੱਤੇ ਹੈਗੇ ਆ। ਸੋ ਈਰਾਨ ਨੇ ਇਹ ਕਿਹਾ ਆ ਵੀ ਨਾਨ ਹੌਸਟਾਈਲ ਜੋ ਸ਼ਿਪਸ ਹੈਗੇ ਆ ਉਹ ਸਟੇਟ ਆਫ ਹਾਰਮੋਜ਼ ਦੇ ਵਿੱਚ ਲੰਘਣ ਦਿੱਤੇ ਜਾਣਗੇ। ਅਮਰੀਕਾ ਤੇ ਇਜ਼ਰਾਈਲ ਦਾ ਰਿਲੇਟਡ ਜਿਹੜਾ ਜਾਂ ਅਮਰੀਕਾ ਨਾਲ ਰਿਲੇਟਡ ਜਿਹੜੇ ਬਿਜ਼ਨਸ ਕਰਦੇ ਮੁਲਕ ਉਹਨਾਂ ਨੂੰ ਨਹੀਂ ਲੰਘਣ ਦਿੱਤਾ ਜਾਊਗਾ ਪਰ ਬਾਕੀ ਜਿਹੜੇ ਆ ਉਹਨਾਂ ਨੂੰ ਲੰਘਣ ਦਿੱਤਾ ਜਾਊਗਾ। ਚਾਈਨਾ ਦੇ ਕੁਝ ਜਹਾਜ਼ ਉੱਥੋਂ ਲੰਘੇ ਵੀ ਹੈਗੇ ਆ। ਲੈਬਨਾਨ ਦੇ ਵਿੱਚ ਆਲਰੇਡੀ 30 ਲੋਕਾਂ ਦੀ ਮੌਤ ਹੋ ਚੁੱਕੀ ਆ। ਇਜ਼ਰਾਈਲ ਵਾਲਿਆਂ ਨੇ ਉੱਥੇ ਬੰਬਾਰਡਮੈਂਟ ਬਹੁਤ ਜ਼ਿਆਦਾ ਜਿਹੜੀ ਸ਼ੁਰੂ ਕੀਤੀ ਹੋਈ ਹੈਗੀ ਆ। UN ਐਸਟੀਮੇਟ ਕਰ ਰਿਹਾ ਵੀ ਅਰਬ ਨੇਸ਼ਨਸ ਨੂੰ $63 ਬਿਲੀਅਨ ਦਾ ਇਕਨੋਮਿਕ ਲਾਸ ਹੋਊਗਾ ਇਸ ਲੜਾਈ ਦੇ ਨਾਲ ਜੋ ਹੁਣ ਤੱਕ ਹੋ ਚੁੱਕੀ ਹੈਗੀ ਆ। UN ਦੇ ਹਿਊਮਨ ਰਾਈਟਸ ਚੀਫ ਵੋਲਕਰ ਟਰਕ ਉਹਨਾਂ ਨੇ ਕਿਹਾ ਵੀ US ਤੇ ਇਜ਼ਰਾਈਲੀ ਅਟੈਕਸ ਦੇ ਨਾਲ ਜੋ ਘਰ ਹਿੱਟ ਹੋ ਰਹੇ ਆ, ਹਸਪਤਾਲ, ਸਕੂਲ, ਕਲਚਰਲ ਸਾਈਟ ਈਰਾਨ ਦੇ ਵਿੱਚ ਹੋ ਰਹੇ ਹੈਗੇ ਆ ਤੇ ਇਦਾਂ ਹੀ ਕਹਿੰਦੇ ਈਰਾਨ ਦੇ ਜਿਹੜੇ ਆ ਉਹ ਇਨਫਰਾਸਟ੍ਰਕਚਰ ਗਲਫ ਅਰਬ ਕੰਟਰੀਜ਼ ਦੇ ਵਿੱਚ ਤੇ ਇਜ਼ਰਾਈਲ ਦੇ ਵਿੱਚ ਕਰ ਰਹੇ ਹੈਗੇ ਆ। ਸੋ
ਮੋਸਟ ਆਫ ਦਾ ਸਟ੍ਰਾਈਕਸ ਜਿਹੜੇ ਆ ਉਹ ਸੀਰੀਅਸ ਕੰਸਰਨ ਆ, ਕਹਿੰਦੇ ਭਈ ਇੰਟਰਨੈਸ਼ਨਲ ਲਾ ਦੇ ਮੁਤਾਬਕ, ਜਿਹਦੇ ਮੁਤਾਬਕ ਤੁਸੀਂ ਸਿਵਲੀਅਨ ਤੇ ਇਨਫਰਾਸਟ੍ਰਕਚਰਸ ਨੂੰ ਨਹੀਂ ਹਿੱਟ ਕਰ ਸਕਦੇ ਹੈਗੇ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ $63 ਬਿਲੀਅਨ ਤੱਕ ਦਾ ਜਿਹੜਾ ਇਕਨੋਮਿਕ ਲਾਸਿਸ ਆ ਅਰਬਨ ਨੇਸ਼ਨਸ ਦੇ ਵਿੱਚ ਆਲਰੇਡੀ ਹੋਇਆ ਹੈ। ਜੀ, ਬਿਲਕੁਲ।